Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 147ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਸ਼ਲੋਕ ਮਹਿਲਾ ਪਹਿਲਾ। ਪਹਿਰਾ ਅਗਨ ਹਿਵੈ ਘਰ ਬਾਦਾ, ਭੋਜਨ ਸਾਰ ਕਰਾਈ, ਸਗਲੇ ਦੂਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਪਹਿਰਾ ਤੋਂ ਭਾਵ ਪਹਿਨ ਲਵਾਂ, ਹਿਵੈ ਤੋਂ ਭਾਵ ਬਰਫ਼, ਬਾਦਾ ਮਤਲਬ ਬੰਨਣਾ, ਘਰ ਬਾਦਾ ਤੋਂ ਭਾਵ ਘਰ ਬੰਨ ਲਵਾਂ, ਤੇ ਸਾਰ ਤੋਂ ਭਾਵ ਲੋਹਾ। ਕਹਿੰਦੇ ਕਿ ਜੇਕਰ ਮੇਰਾ ਮਨ ਇੰਨਾ ਤਕੜਾ ਹੋ ਜਾਵੇ, ਮੇਰੇ ਮਨ ਦੇ ਵਿੱਚ, ਮੇਰੇ ਸਰੀਰ ਦੇ ਵਿੱਚ ਇੰਨੀ ਸ਼ਕਤੀ ਆ ਜਾਏ ਕਿ ਮੈਂ ਅੱਗ ਨੂੰ ਪਹਿਨ ਸਕਾਂ, ਬਰਫ਼ ਦੇ ਵਿੱਚ ਘਰ ਬਣਾ ਕੇ ਉੱਥੇ ਰਹਿ ਸਕਾਂ ਤੇ ਲੋਹੇ ਨੂੰ ਆਪਣਾ ਭੋਜਨ ਬਣਾ ਸਕਾਂ। ਪਹਿਰਾ ਅਗਨ ਹਿਵੈ ਘਰ ਬਾਦਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ। ਕਿ ਮੈਂ ਆਪਣੇ ਦੁੱਖਾਂ ਨੂੰ ਪਾਣੀ ਵਾਂਗ ਪੀ ਸਕਾਂ, ਮੇਰੇ 'ਚ ਇੰਨੀ ਤਾਕਤ ਆ ਜਾਏ, ਮੇਰਾ ਮਨ ਇੰਨਾ ਸਟਰੋਂਗ ਹੋ ਜਾਏ ਕਿ ਮੈਂ ਆਪਣੇ ਸਾਰੇ ਹੀ ਦੁੱਖਾਂ ਨੂੰ ਸਹਾਰਨ ਦੇ ਯੋਗ ਹੋ ਜਾਵਾਂ। ਮੇਰੀ ਇੰਨੀ ਤਾਕਤ ਵੱਧ ਜਾਏ ਕਿ ਮੈਂ ਧਰਤੀ ਨੂੰ ਵੀ ਆਪਦੇ ਹੁਕਮ ਦੇ ਵਿੱਚ ਚਲਾ ਸਕਾਂ। ਧਰਤੀ ਹਾਕ ਚਲਾਈ। ਹਾਕ ਤੋਂ ਭਾਵ ਜਿੱਦਾਂ ਹੱਕਣਾ, ਜਿਸ ਤਰ੍ਹਾਂ ਕਿ ਬਲਦਾਂ ਨੂੰ ਹੱਕਿਆ ਜਾਂਦਾ ਹੈ ਜਦੋਂ ਅਸੀਂ ਉਹਨਾਂ ਨੂੰ ਤੋਰਨਾ ਹੁੰਦਾ ਹੈ, ਤਾਂ ਉਸ ਤਰ੍ਹਾਂ ਕਿ ਮੇਰੇ 'ਚ ਇੰਨੀ ਤਾਕਤ ਆ ਜਾਏ ਕਿ ਮੈਂ ਧਰਤੀ ਨੂੰ ਵੀ ਹੱਕ ਸਕਾਂ, ਧਰਤੀ ਨੂੰ ਆਪਣੇ ਹੁਕਮ ਦੇ ਅੰਦਰ ਚਲਾ ਸਕਾਂ। ਧਰ ਤਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ। ਕਿ ਕਿਤੇ ਮੈਂ ਅੰਬਰ ਨੂੰ ਵੀ ਜਾਣੀ ਆਸਮਾਨ ਨੂੰ ਵੀ ਤਰਾਜੀ ਭਾਵ ਤਰਾਜੂ ਤੱਕੜੀ ਦੇ ਵਿੱਚ ਪਾ ਕੇ ਤੇ ਦੂਸਰੇ ਪਾਸੇ ਵੱਟਾ ਰੱਖ ਕੇ ਉਹਨੂੰ ਤੋਲ ਸਕਾਂ, ਇੰਨੀ ਮੇਰੇ ਦੇ ਵਿੱਚ ਜੇ ਤਾਕਤ ਆ ਜਾਵੇ। ਏਵੜ ਵੱਡਾ ਮਾਵਾ ਨਾਹੀਂ, ਸਭ ਸੈ ਨੱਥ ਚਲਾਈ। ਕਿ ਮੇਰਾ ਸਰੀਰ ਕਿਤੇ ਇਤਨਾ ਵੱਡਾ ਹੋ ਜਾਵੇ ਕਿ ਮੈਂ ਮਾਵਾ ਤੋਂ ਭਾਵ ਸਮਾ ਸਕਾਂ, ਕਿ ਮੈਂ ਸਮਾ ਨਾ ਸਕਾਂ ਇਸ ਸ੍ਰਿਸ਼ਟੀ ਦੇ ਵਿੱਚ। ਇੰਨੀ ਮੇਰੀ ਤਾਕਤ ਹੋ ਜਾਏ, ਇੰਨਾ ਮੈਂ ਵੱਡਾ ਹੋ ਜਾਵਾਂ ਕਿ ਸਾਰੇ ਜੀਵਾਂ ਨੂੰ ਨੱਥ ਪਾ ਕੇ ਚਲਾ ਸਕਾਂ, ਭਾਵ ਆਪਣੇ ਸਾਰੇ ਹੀ ਜੀਵਾਂ ਨੂੰ ਆਪਣੇ ਹੁਕਮ ਦੇ ਵਿੱਚ ਚਲਾ ਸਕਾਂ। ਏਤਾ ਤਾਣ ਹੋਵੈ ਮਨ ਅੰਦਰ, ਕਰ ਭੀ ਆਖ ਕਰਾਈ। ਕਿ ਮੇਰੇ ਮਨ ਦੇ ਅੰਦਰ ਇੰਨਾ ਤਾਣ ਹੋਵੇ, ਇੰਨਾ ਬਲ ਹੋਵੇ ਕਿ ਮੈਂ ਜੋ ਮੇਰਾ ਜੀ ਕਰੇ ਉਹ ਕਰ ਸਕਾਂ ਤੇ ਦੂਸਰਿਆਂ ਪਾਸੋਂ ਵੀ ਕਰਵਾ ਸਕਾਂ। ਜੇਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੇ ਰਜਾਈ। ਕਹਿੰਦੇ ਜਿੰਨਾ ਵੱਡਾ ਉਹ ਪਰਮਾਤਮਾ ਆਪ ਹੈ, ਉਨੀਆਂ ਹੀ ਵੱਡੀਆਂ ਉਹਦੀਆਂ ਬਖਸ਼ਿਸ਼ਾਂ ਨੇ। ਜੇਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੇ ਰਜਾਈ। ਤੇ ਉਹ ਪਰਮਾਤਮਾ ਆਪਣੀ ਰਜ਼ਾ ਦੇ ਨਾਲ ਜੇਕਰ ਹੋਰ ਵੀ ਮੈਨੂੰ ਤਾਕਤਾਂ ਸਾਰੀਆਂ ਦੇ ਦੇਵੇ ਤਾਂ ਵੀ ਉਹ ਸਾਰੀਆਂ ਕਹਿੰਦੇ ਤੁੱਛ ਨੇ, ਕਿਉਂਕਿ ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਕਿ ਜਿਹਦੇ ਉੱਪਰ ਉਹ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ, ਉਹਨੂੰ ਇਹਨਾਂ ਮਾਨਸਿਕ ਤਾਕਤਾਂ ਨਾਲੋਂ ਕਿਤੇ ਵਧੇਰੇ ਤਾਕਤਵਰ ਆਪਣਾ ਨਾਮ ਬਖਸ਼ਦਾ ਹੈ। ਇਹਨਾਂ ਮਾਨਸਿਕ ਤਾਕਤਾਂ ਦਾ ਓਨਾ ਮੁੱਲ ਨਹੀਂ ਹੈ ਜਿੰਨਾ ਪਰਮਾਤਮਾ ਦੇ ਨਾਮ ਦਾ ਹੈ। ਇਹ ਤਾਕਤਾਂ ਹੁੰਦੇ ਹੋਏ ਵੀ ਮਨੁੱਖ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਪਾਏਗਾ, ਪਰ ਜੇ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਮਨੁੱਖ ਨੂੰ ਮਿਲ ਜਾਏ ਤਾਂ ਉਹ ਇਹਨਾਂ ਤਾਕਤਾਂ ਤੋਂ ਬਿਨਾਂ ਵੀ ਆਪਣੇ ਮਨ ਨੂੰ ਸ਼ਾਂਤ ਕਰ ਲਏਗਾ। ਉਦਾਹਰਣ ਦੇ ਤੌਰ ਤੇ ਜੇਕਰ ਅਸੀਂ ਇਹ ਗੱਲ ਲੈ ਲਈਏ ਕਿ ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਹੈ ਕਿ ਮੇਰੇ 'ਚ ਇੰਨੀ ਤਾਕਤ ਆ ਜਾਏ ਕਿ ਮੈਂ ਧਰਤੀ ਨੂੰ ਵੀ ਆਪਣੇ ਹੁਕਮ 'ਚ ਚਲਾਵਾਂ, ਮੈਂ ਸਾਰੇ ਜੀਵਾਂ ਨੂੰ ਨੱਥ ਪਾ ਕੇ ਆਪਣੇ ਹੁਕਮ ਦੇ ਵਿੱਚ ਚਲਾਵਾਂ, ਤੇ ਜੇ ਇੱਕ ਪਲ ਦੇ ਲਈ ਉਹ ਨਾ ਚੱਲੇ ਤਾਂ ਉਸ ਤਾਕਤਵਰ ਇਨਸਾਨ ਦਾ ਮਨ ਵਿਚਲਿਤ ਹੋ ਜਾਏਗਾ, ਅਸ਼ਾਂਤ ਹੋ ਜਾਏਗਾ। ਅੱਗ ਨੂੰ ਹੰਢਾਉਣ ਦੀ, ਬਰਫ਼ ਦੇ ਵਿੱਚ ਰਹਿਣ ਦੀ ਤਾਕਤ ਮੰਗੀ ਗਈ ਹੈ, ਪਰ ਜੇ ਇੱਕ ਪਲ ਦੇ ਲਈ ਵੀ ਉਹ ਤਾਕਤ ਧੋਖਾ ਦੇ ਜਾਏ, ਕੰਮ ਨਾ ਕਰੇ, ਤਾਂ ਵੀ ਇਨਸਾਨ ਦਾ ਮਨ ਵਿਚਲਿਤ ਹੋ ਜਾਏਗਾ। ਪਰ ਜਦੋਂ ਨਾਮ ਦੀ ਤਾਕਤ ਇਨਸਾਨ ਨੂੰ ਮਿਲ ਜਾਏ, ਪਰਮਾਤਮਾ ਦਾ ਨਾਮ ਇਨਸਾਨ ਦੇ ਮਨ ਦੇ ਵਿੱਚ ਵਸ ਜਾਏ, ਤਾਂ ਉਹਦਾ ਮਨ ਕਦੇ ਅਸ਼ਾਂਤ ਨਹੀਂ ਹੁੰਦਾ, ਵਿਚਲਿਤ ਨਹੀਂ ਹੁੰਦਾ। ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਕਿ ਉਸ ਇਨਸਾਨ ਨੂੰ ਪਰਮਾਤਮਾ ਸੱਚੇ ਨਾਮ ਦੀ ਵਡਿਆਈ ਬਖਸ਼ ਦਿੰਦਾ ਹੈ, ਜਿਹਦੇ ਉੱਪਰ ਉਹ ਮਿਹਰ ਦੀ ਨਿਗਾਹ ਕਰਦਾ ਹੈ। ਮਹਿਲਾ ਦੂਜਾ।
ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜਿਆ, ਗੁਣ ਗਾਹਕ ਇੱਕ ਵੰਨ। ਕਹਿੰਦੇ ਜੋ ਮਨੁੱਖ ਦਾ ਮੂੰਹ ਹੈ ਉਹ ਬੋਲ ਬੋਲ ਕੇ ਰੱਜਦਾ ਨਹੀਂ। ਆਖਣ ਆਖ ਨਾ ਰੱਜਿਆ ਕਿ ਗੱਲਾਂ ਦਾ ਚਸਕਾ ਇੰਨਾ ਹੈ ਕਿ ਕਦੀ ਖਤਮ ਨਹੀਂ ਹੁੰਦਾ। ਸੁਣਨ ਨਾ ਰੱਜੇ ਕੰਨ, ਤੇ ਜਿਹੜੇ ਕੰਨ ਹਨ ਉਹ ਗੱਲਾਂ ਸੁਣ ਸੁਣ ਕੇ ਨਹੀਂ ਰੱਜਦੇ। ਅੱਖੀਂ ਦੇਖ ਨਾ ਰੱਜਿਆ, ਜੋ ਅੱਖਾਂ ਹਨ ਉਹ ਰੰਗ ਰੂਪ ਤੇ ਇਸ ਸ੍ਰਿਸ਼ਟੀ ਦੇ ਕੁਦਰਤ ਦੇ ਨਜ਼ਾਰੇ ਵੇਖ ਵੇਖ ਕੇ ਵੀ ਰੱਜਦੀਆਂ ਨਹੀਂ। ਗੁਣ ਗਾਹਕ ਇੱਕ ਵੰਨ। ਪਰ ਇਹ ਜੋ ਗਿਆਨ ਇੰਦਰੇ ਨੇ ਜਾਂ ਇਹ ਜੋ ਇੰਦਰੇ ਨੇ ਸਾਡੇ ਮਨੁੱਖੀ ਸਰੀਰ ਦੇ, ਇਹ ਆਪੋ ਆਪਣਾ ਕੰਮ ਹੀ ਕਰ ਸਕਦੇ ਨੇ। ਜੋ ਮੂੰਹ ਹੈ ਉਹ ਸਿਰਫ ਬੋਲ ਸਕਦਾ, ਜੋ ਕੰਨ ਨੇ ਉਹ ਸਿਰਫ ਸੁਣ ਸਕਦੇ ਨੇ, ਤੇ ਅੱਖਾਂ ਸਿਰਫ ਦੇਖ ਸਕਦੀਆਂ ਨੇ। ਗੁਰੂ ਜੀ ਕਹਿੰਦੇ ਕਿ ਗੁਣ ਗਾਹਕ ਇੱਕ ਵੰਨ, ਕਿ ਇਹ ਜਿਹੜੇ ਇੰਦਰੇ ਨੇ ਇੱਕ ਇੱਕ ਗੁਣ ਦੇ ਹੀ ਗਾਹਕ ਹਨ। ਤੇ ਇਹ ਸਾਡੇ ਇੰਦਰੇ ਆਪੋ ਆਪਣੇ ਗੁਣਾਂ ਦੇ ਰਸਾਂ ਦੇ ਵਿੱਚ ਇੰਨੇ ਜ਼ਿਆਦਾ ਰੁੱਝੇ ਹੋਏ ਨੇ, ਉਹਨਾਂ ਰਸਾਂ ਦੇ ਇੰਨੇ ਜ਼ਿਆਦਾ ਅਧੀਨ ਹੋਏ ਹੋਏ ਨੇ ਕਿ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਕਿ ਉਹ ਆਪਣੇ ਰਸਾਂ ਨੂੰ ਮਾਣ ਮਾਣ ਕੇ ਵੀ ਇਹਨਾਂ ਇੰਦਰਿਆਂ ਦੀ ਭੁੱਖ ਨਹੀਂ ਮਿਟਦੀ। ਤੇ ਜੇਕਰ ਅਸੀਂ ਇਹਨਾਂ ਨੂੰ ਸਮਝਾਉਣਾ ਵੀ ਚਾਹੀਏ ਤਾਂ ਸਮਝਾਇਆ ਵੀ ਇਹ ਤ੍ਰਿਪਤ ਨਹੀਂ ਹੁੰਦੇ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ, ਕਿ ਇਹਨਾਂ ਦੀਆਂ ਤ੍ਰਿਸ਼ਨਾਵਾਂ ਜੋ ਨੇ ਤਾਂ ਹੀ ਤ੍ਰਿਪਤ ਹੋ ਸਕਦੀਆਂ ਨੇ ਜੇਕਰ ਇਹ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸੇ ਦੇ ਵਿੱਚ ਹੀ ਲੀਨ ਹੋ ਜਾਣ। ਭਾਵ ਆਪਣੀ ਬਿਰਤੀ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਜੋੜ ਲੈਂਦੇ ਹਾਂ, ਉਹਦੇ ਨਾਮ ਦੇ ਨਾਲ ਜੋੜ ਲੈਂਦੇ ਹਾਂ, ਉਹਦੀ ਭਗਤੀ ਕਰਦੇ ਹਾਂ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਉਹਦੇ ਵਿੱਚ ਆਪਣੇ ਮਨ ਨੂੰ ਜਦੋਂ ਜੋੜਦੇ ਹਾਂ ਤਾਂ ਹੀ ਅਸੀਂ ਆਪਣੀਆਂ ਜਿਹੜੀਆਂ ਇਹ ਇੰਦਰੀਆਂ ਨੇ ਇਹਨਾਂ ਨੂੰ ਤ੍ਰਿਪਤ ਕਰ ਸਕਦੇ ਹਾਂ। ਪੌੜੀ। ਬਿਨ ਸੱਚੇ ਸਭ ਕੂੜ ਕੂੜ ਕਮਾਈਐ, ਬਿਨ ਸੱਚੇ ਕੁੜਿਆਰ ਬੰਨ ਚਲਾਈਐ, ਕਿ ਜੇ ਪ੍ਰਮਾਤਮਾ ਦਾ ਨਾਮ ਸਾਡੇ ਦਿਲ ਦੇ ਵਿੱਚੋਂ ਵਿਸਰ ਜਾਏ ਤਾਂ ਬਾਕੀ ਸਾਰਾ ਕੁਝ ਸਾਡੇ ਲਈ ਕੂੜਾ ਹੋ ਜਾਂਦਾ ਹੈ। ਬਿਨ ਸੱਚੇ ਸਭ ਕੂੜ, ਉਸ ਪਰਮਾਤਮਾ ਤੋਂ ਬਿਨਾਂ ਸਾਰਾ ਕੁਝ ਕੂੜਾ ਹੈ ਤੇ ਕੂੜ ਕਮਾਈਐ। ਤੇ ਅਸੀਂ ਜਦੋਂ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੰਦੇ ਹਾਂ, ਪਰਮਾਤਮਾ ਦੀ ਯਾਦ ਨੂੰ ਭੁਲਾ ਦਿੰਦੇ ਹਾਂ, ਤਾਂ ਅਸੀਂ ਕੂੜੇ ਦਾ ਹੀ ਵਪਾਰ ਕਰਦੇ ਹਾਂ। ਤੇ ਸਾਡੇ ਕੂੜੇ ਦੇ ਵਪਾਰੀਆਂ ਦੇ ਲਈ ਮਾਇਆ ਹੀ ਪ੍ਰਬਲ ਹੋ ਜਾਂਦੀ ਹੈ। ਮਾਇਆ ਆਪਣੇ ਬੰਧਨਾਂ ਦੇ ਵਿੱਚ ਸਾਨੂੰ ਬੰਨ੍ਹ ਲੈਂਦੀ ਹੈ, ਤੇ ਬੰਨ੍ਹ ਚਲਾਈਐ, ਸਾਨੂੰ ਆਪਣੇ ਬੰਧਨਾਂ ਦੇ ਵਿੱਚ ਬੰਨ੍ਹ ਕੇ ਆਪਣੇ ਤੌਰ ਤਰੀਕਿਆਂ ਦੇ ਨਾਲ ਮਾਇਆ ਸਾਨੂੰ ਚਲਾਉਂਦੀ ਹੈ, ਸਾਡੇ ਮਨ ਨੂੰ ਭਟਕਣਾ ਦੇ ਵਿੱਚ ਪਾਈ ਰੱਖਦੀ ਹੈ। ਬਿਨ ਸੱਚੇ ਤਨ ਸ਼ਾਰ, ਸ਼ਾਰ ਰਲਾਈਐ, ਸ਼ਾਰ ਤੋਂ ਭਾਵ ਮਿੱਟੀ। ਕਹਿੰਦੇ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਸਾਡਾ ਤਨ ਹੈ, ਜੋ ਸਾਡਾ ਸਰੀਰ ਹੈ, ਉਹ ਮਿੱਟੀ ਹੈ ਤੇ ਉਹ ਮਿੱਟੀ ਦੇ ਵਿੱਚ ਹੀ ਰਲ ਜਾਂਦਾ ਹੈ। ਬਿਨ ਸੱਚੇ ਸਭ ਭੁੱਖ, ਜੇ ਪੈਜੈ ਖਾਈਐ, ਕਿ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ। ਜਿੰਨਾ ਚਿਰ ਸਾਡੀ ਉਸ ਪਰਮਾਤਮਾ ਦੇ ਨਾਲ ਸਾਂਝ ਨਹੀਂ ਹੈ, ਅਸੀਂ ਸਾਰਾ ਕੁਝ ਖਾਂਦੇ ਪੀਂਦੇ ਹੋਏ ਵੀ ਭੁੱਖੇ ਹੀ ਰਹਿੰਦੇ ਹਾਂ। ਸਾਡੇ ਮਨ ਦੀਆਂ ਤ੍ਰਿਸ਼ਨਾਵਾਂ ਕਦੇ ਵੀ ਤ੍ਰਿਪਤ ਨਹੀਂ ਹੁੰਦੀਆਂ। ਬਿਨ ਸੱਚੇ ਦਰਬਾਰ ਕੂੜ ਨਾ ਪਾਈਐ, ਕੂੜਾ ਲਾਲਚ ਲੱਗ ਮਹਿਲ ਖੁਆਈਐ। ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਤੇ ਝੂਠ ਦੇ ਨਾਲ ਪ੍ਰੀਤ ਲਗਾ ਕੇ ਉਸ ਪਰਮਾਤਮਾ ਦਾ ਦਰਬਾਰ ਪਾਇਆ ਨਹੀਂ ਜਾ ਸਕਦਾ, ਬਲਕਿ ਝੂਠ ਤੇ ਫਰੇਬ ਦੇ ਲਾਲਚਾਂ ਦੇ ਵਿੱਚ ਲੱਗ ਕੇ ਉਸ ਪਰਮਾਤਮਾ ਦਾ ਦਰਬਾਰ ਗਵਾ ਲਈਦਾ ਹੈ। ਕੂੜਾ ਲਾਲਚ ਲੱਗ ਮਹਿਲ ਖੁਆਈਐ, ਸਭ ਜਗ ਠੱਗਿਓ ਠੱਗ ਆਈਐ ਜਾਈਐ, ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ। ਕਹਿੰਦੇ ਸਾਰਾ ਹੀ ਜਗਤ ਕੂੜ ਰੂਪ, ਮਾਇਆ ਰੂਪ, ਵਿਕਾਰਾਂ ਰੂਪ ਠੱਗ ਨੇ ਠੱਗਿਆ ਹੋਇਆ ਹੈ। ਤੇ ਇਹ ਠੱਗਿਆ ਹੋਇਆ ਜੋ ਜੱਗ ਹੈ ਆਉਂਦਾ ਜਾਂਦਾ ਰਹਿੰਦਾ ਹੈ, ਜਨਮ ਮਰਨ ਦੇ ਚੱਕਰਾਂ ਦੇ ਵਿੱਚ, ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਸਾਡੇ ਤਨ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਜੋ ਤ੍ਰਿਸ਼ਨਾਵਾਂ ਦੀ ਅੱਗ ਹੈ, ਉਹ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਨਾਮ ਨਾਲ ਹੀ ਬੁਝਾਈ ਜਾ ਸਕਦੀ ਹੈ, ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਹੀ ਬੁਝਾਈ ਜਾ ਸਕਦੀ ਹੈ। ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ, ਕਿ ਸਾਡੇ ਤਨ ਦੇ ਵਿੱਚ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਇਹ ਸ਼ਬਦ ਦੇ ਨਾਲ ਬੁਝਾਈ ਜਾ ਸਕਦੀ ਹੈ। ਸ਼ਲੋਕ ਮਹਿਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕਾ ਕਰਮ ਧਿਆਨ। ਕਹਿੰਦੇ ਮੰਨ ਲਓ ਕਿ ਜੋ ਗੁਰੂ ਹੈ
ਉਹ ਸੰਤੋਖ ਰੂਪ ਇੱਕ ਰੁੱਖ ਹੈ। ਨਾਨਕ ਗੁਰ ਸੰਤੋਖ ਰੁੱਖ। ਧਰਮ ਫੁੱਲ, ਉਸ ਰੁੱਖ ਨੂੰ ਧਰਮ ਦੇ ਫੁੱਲ ਲੱਗਦੇ ਹਨ ਤੇ ਫਲ ਗਿਆਨ ਤੇ ਗਿਆਨ ਰੂਪੀ ਫਲ ਲੱਗਦਾ ਹੈ। ਰਸ ਰਸਿਆ, ਉਸ ਪ੍ਰਮਾਤਮਾ ਦੇ ਪ੍ਰੇਮ ਦੇ ਰਸ ਦੇ ਵਿੱਚ ਰਸਿਆ ਹੋਇਆ, ਹਰਿਆ ਸਦਾ। ਇਹ ਰੁੱਖ ਹਮੇਸ਼ਾ ਹਰਾ ਰਹਿੰਦਾ ਹੈ ਜੋ ਗੁਰੂ ਰੂਪ ਰੁੱਖ ਹੈ। ਪੱਕਾ ਕਰਮ ਧਿਆਨ, ਤੇ ਇਹ 'ਤੇ ਜੋ ਗਿਆਨ ਦਾ ਫਲ ਲੱਗਦਾ ਹੈ ਉਹ ਤਦੀ ਪੱਕਦਾ ਹੈ ਜਦੋਂ ਮਨੁੱਖ ਆਪਣਾ ਮਨ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੋੜ ਲੈਂਦਾ ਹੈ, ਜਦੋਂ ਆਪਣਾ ਧਿਆਨ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਦਾ ਹੈ। ਪੱਤ ਕੇ ਸਾਧ ਖਾਧਾ ਲਹੈ, ਦਾਨਾ ਕੈ ਸਿਰਦਾਨ। ਪੱਤ ਕੇ ਸਾਧ ਤੋਂ ਭਾਵ ਕਿ ਪ੍ਰਮਾਤਮਾ ਦੇ ਮਿਲਾਪ ਦਾ ਜੋ ਆਨੰਦ ਹੈ, ਕਿ ਪੱਤ ਕੇ ਸਾਧ ਖਾਧਾ ਲਹੈ, ਕਿ ਜਿਹੜਾ ਮਨੁੱਖ ਉਸ ਪੱਕੇ ਹੋਏ ਗਿਆਨ ਰੂਪੀ ਫਲ ਨੂੰ ਖਾਂਦਾ ਹੈ ਉਹ ਉਸ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਦਾਨਾ ਕੈ ਸਿਰਦਾਨ, ਤੇ ਮਨੁੱਖ ਦੇ ਲਈ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ। ਜੋ ਗਿਆਨ ਪ੍ਰਾਪਤੀ ਹੈ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ। ਸਾਨੂੰ ਇੱਥੇ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਕਿ ਅਸੀਂ ਕਦੇ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤਾਂ ਅਸੀਂ ਦੁਨਿਆਵੀ ਚੀਜ਼ਾਂ ਦੀ ਹੀ ਮੰਗ ਕਰਦੇ ਹਾਂ ਕਿ ਸਾਨੂੰ ਇਹ ਮਿਲ ਜਾਏ, ਸਾਨੂੰ ਉਹ ਮਿਲ ਜਾਏ, ਸਾਡਾ ਆਹ ਕੰਮ ਬਣ ਜਾਏ, ਸਾਨੂੰ ਇਸ ਮੁਸੀਬਤ ਤੋਂ ਬਚਾ ਲਏ। ਅਸੀਂ ਕਦੇ ਗਿਆਨ ਦੀ ਮੰਗ ਨਹੀਂ ਕਰਦੇ, ਜਦਕਿ ਗਿਆਨ ਸਭ ਤੋਂ ਵੱਡੀ ਬਖਸ਼ਿਸ਼ ਹੈ। ਜੇ ਸਾਨੂੰ ਗਿਆਨ ਹੋ ਜਾਏ ਤਾਂ ਅਸੀਂ ਮੁਸੀਬਤਾਂ ਤੋਂ ਬਚਣ ਦੇ ਰਸਤੇ ਵੀ ਲੱਭ ਸਕਾਂਗੇ ਤੇ ਅਸੀਂ ਜੋ ਚੀਜ਼ਾਂ ਦੀ ਅਸੀਂ ਮੰਗ ਪ੍ਰਮਾਤਮਾ ਤੋਂ ਕਰਦੇ ਹਾਂ ਉਹ ਵੀ ਪ੍ਰਾਪਤ ਕਰਨ ਦੇ ਯੋਗ ਹੋ ਸਕਾਂਗੇ। ਤਾਂ ਇਸ ਗੱਲ ਨੂੰ ਸਮਝੀਏ ਕਿ ਗਿਆਨ ਸਭ ਤੋਂ ਵੱਡੀ ਬਖਸ਼ਿਸ਼ ਹੈ ਤੇ ਉਸ ਪ੍ਰਮਾਤਮਾ ਅੱਗੇ ਜਦ ਵੀ ਅਰਦਾਸ ਕਰੀਏ ਤਾਂ ਉਸ ਪਾਸੋਂ ਗਿਆਨ ਦੀ ਮੰਗ ਕਰੀਏ, ਨਾ ਕਿ ਦੁਨਿਆਵੀ ਚੀਜ਼ਾਂ ਦੀ। ਮਹਿਲਾ ਪਹਿਲਾ। ਸੋਇਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇਹਰ ਲਾਲ, ਤਿਤ ਫਲ ਰਤਨ ਲੱਗੇ ਮੁਖ ਭਾਖਤ, ਹਿਰਦੈ ਹਿਰਦੈ ਨਿਹਾਲ। ਇਹਨਾਂ ਪੰਕਤੀਆਂ ਦੇ ਵਿੱਚ ਵੀ ਪਿਛਲੀਆਂ ਪੰਕਤੀਆਂ ਵਾਲਾ ਹੀ ਵਿਚਾਰ ਹੈ ਕਿ ਮੰਨ ਲਓ ਗੁਰੂ ਸੋਨੇ ਦਾ ਬਣਿਆ ਹੋਇਆ ਰੁੱਖ ਹੈ। ਸੋਇਨੇ ਕਾ ਬਿਰਖ, ਪਤ ਪਰਵਾਲਾ, ਪਤ ਤੋਂ ਭਾਵ ਪੱਤੇ ਤੇ ਪਰਵਾਲਾ ਤੋਂ ਭਾਵ ਗੁਰੂ ਦੇ ਬਚਨ। ਤੇ ਕਹਿੰਦੇ ਗੁਰੂ ਦੇ ਜਿਹੜੇ ਬਚਨ ਨੇ ਉਹ ਮੰਨ ਲਓ ਕਿ ਉਸ ਰੁੱਖ ਦੇ ਪੱਤੇ ਨੇ, ਤੇ ਗੁਰੂ ਦੇ ਵਾਕ ਹੀਰੇ ਲਾਲ ਜਵਾਹਰਾਤਾਂ ਰੂਪੀ ਫੁੱਲ ਨੇ। ਤਿਤ ਫਲ ਰਤਨ ਲੱਗੈ ਮੁਖ ਭਾਖਿਤ, ਮੁਖ ਭਾਖਿਤ ਤੋਂ ਭਾਵ ਮੁਖ ਤੋਂ ਨਿਕਲੀ ਹੋਈ ਭਾਖਿਆ, ਮੁਖ ਤੋਂ ਉਚਾਰੇ ਹੋਏ ਬਚਨ। ਕਹਿੰਦੇ ਉਸ ਗੁਰੂ ਰੂਪੀ ਰੁੱਖ ਨੂੰ ਗੁਰੂ ਦੇ ਮੁਖ ਤੋਂ ਉਚਾਰੇ ਹੋਏ ਕੀਮਤੀ ਰਤਨਾਂ ਵਰਗੇ ਫਲ ਲੱਗਦੇ ਨੇ। ਭਾਵ ਕਿ ਜੋ ਗੁਰੂ ਦੀਆਂ ਸਿੱਖਿਆਵਾਂ ਨੇ, ਜੋ ਗੁਰੂ ਆਪਣੇ ਮੂੰਹੋਂ ਉਚਾਰ ਕੇ ਸਾਨੂੰ ਸਿੱਖਿਆਵਾਂ ਬਖਸ਼ਦਾ ਹੈ, ਸਿੱਖਿਆਵਾਂ ਦਿੰਦਾ ਹੈ, ਵਿਚਾਰ ਦਿੰਦਾ ਹੈ, ਉਹ ਕੀਮਤੀ ਰਤਨਾਂ ਦੇ ਬਰਾਬਰ ਨੇ। ਹਿਰਦੈ ਹਿਰਦੈ ਨਿਹਾਲ, ਤੇ ਜੋ ਗੁਰੂ ਹੈ ਆਪਣੇ ਹਿਰਦੇ ਦੇ ਵਿੱਚ ਸਦਾ ਖਿੜਿਆ ਰਹਿੰਦਾ ਹੈ। ਨਾਨਕ ਕਰਮ ਹੋਵੈ ਮੁਖ ਮਸਤਕ, ਲਿਖਿਆ ਹੋਵੈ ਲੇਖ, 68 ਤੀਰਥ ਗੁਰ ਕੀ ਚਰਨੀ, ਪੂਜੈ ਸਦਾ ਵਿਸੇਖ। ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਮਾਤਮਾ ਦੀ ਮਿਹਰ ਹੋਵੇ, ਨਾਨਕ ਕਰਮ ਹੋਵੈ ਮੁਖ ਮਸਤਕ, ਲਿਖਿਆ ਹੋਵੈ ਲੇਖ, ਕਿ ਜਿਹਦੇ ਮੁਖ ਤੇ ਜਿਹਦੇ ਮੱਥੇ ਦੇ ਉੱਤੇ ਚੰਗੇ ਲੇਖ ਲਿਖੇ ਹੋਏ ਹੋਣ। 68 ਤੀਰਥ ਗੁਰ ਕੀ ਚਰਨੀ, ਉਹ ਗੁਰੂ ਦੇ ਚਰਨਾਂ ਨੂੰ ਹੀ 68 ਤੀਰਥਾਂ ਦੇ ਬਰਾਬਰ ਸਮਝਦਾ ਹੈ। ਪੂਜੈ ਸਦਾ ਵਿਸੇਖ, ਤੇ ਉਹਨਾਂ ਨੂੰ ਵਿਸ਼ੇਸ਼ ਜਾਣ ਕੇ ਉਹਨਾਂ ਦੀ ਪੂਜਾ ਕਰਦਾ ਹੈ। ਅੱਗੇ ਕਹਿੰਦੇ ਕਿ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਹੰਸ ਤੋਂ ਭਾਵ ਨਿਰਦਇਤਾ, ਹੇਤ ਤੋਂ ਭਾਵ ਮੋਹ, ਲੋਭ ਤੋਂ ਭਾਵ ਲੋਭ ਲਾਲਚ, ਤੇ ਕੋਪ ਤੋਂ ਭਾਵ ਕ੍ਰੋਧ। ਕਹਿੰਦੇ ਕਿ ਨਿਰਦਇਤਾ, ਮੋਹ, ਲੋਭ ਤੇ ਕ੍ਰੋਧ ਚਾਰੇ ਅੱਗ ਦੀਆਂ ਨਦੀਆਂ ਹਨ। ਪਵੈ ਦਜੈ ਨਾਨਕਾ, ਤਰੀਐ ਕਰਮੀ ਲੱਗ। ਦਜੈ ਤੋਂ ਭਾਵ ਸੜ ਜਾਣਾ। ਕਹਿੰਦੇ ਹੇ ਨਾਨਕ, ਜਿਹੜੇ ਵੀ ਮਨੁੱਖ ਇਹਨਾਂ ਅੱਗ ਦੀਆਂ ਨਦੀਆਂ ਦੇ ਵਿੱਚ ਪੈਂਦੇ ਨੇ, ਪਵੈ, ਉਹ ਸੜ ਜਾਂਦੇ ਨੇ। ਤੇ ਤਰੀਐ ਕਰਮੀ ਲੱਗ, ਤੇ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਨੇ, ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਦੇ ਨੇ, ਉਹ ਇਹਨਾਂ ਅੱਗ ਦੀਆਂ ਨਦੀਆਂ ਤੋਂ ਬਚ ਕੇ ਨਿਕਲ ਜਾਂਦੇ ਨੇ, ਪਾਰ ਕਰ ਜਾਂਦੇ ਨੇ। ਪੌੜੀ।
ਜੀਵਦਿਆਂ ਮਰ ਮਾਰ ਨਾ ਪਛਤਾਈਐ, ਝੂਠਾ ਇਹ ਸੰਸਾਰ ਕਿਨ ਸਮਝਾਈਐ। ਕਹਿੰਦੇ ਆਪਣੇ ਅੰਦਰੋਂ ਤ੍ਰਿਸ਼ਨਾਵਾਂ ਨੂੰ ਮਾਰ ਕੇ ਜਿਉਂਦਿਆਂ ਹੀ ਮਰ ਜਾ, ਤਾਂ ਕਿ ਅੰਤ ਸਮੇਂ ਤੈਨੂੰ ਪਛਤਾਉਣਾ ਨਾ ਪਵੇ। ਜੀਵਦਿਆਂ ਮਰ ਮਾਰ, ਹੁਣ ਇੱਥੇ ਸਿਰਫ ਮਾਰ ਸ਼ਬਦ ਲਿਖਿਆ ਗਿਆ ਹੈ, ਪਰ ਇਹਦੇ ਪਿੱਛੇ ਦਾ ਜੋ ਭਾਵ ਹੈ ਉਹ ਇਹ ਹੈ ਕਿ ਆਪਣੇ ਅੰਦਰੋਂ ਵਿਕਾਰਾਂ ਨੂੰ, ਆਪਣੇ ਅੰਦਰੋਂ ਤ੍ਰਿਸ਼ਨਾਵਾਂ ਨੂੰ ਮਾਰ ਤੇ ਜੀਵਦਿਆਂ ਮਰ, ਤੇ ਇਦਾਂ ਕਰਕੇ ਤੂੰ ਜਿਉਂਦਿਆਂ ਹੀ ਮਰ ਜਾ। ਤੇ ਜਿਉਂਦਿਆਂ ਮਰ ਜਾਣ ਤੋਂ ਵੀ ਇਹੀ ਭਾਵ ਹੈ ਕਿ ਇਹਨਾਂ ਤ੍ਰਿਸ਼ਨਾਵਾਂ ਵੱਲੋਂ, ਇਹਨਾਂ ਵਿਕਾਰਾਂ ਵੱਲੋਂ, ਸੰਸਾਰ ਦੇ ਵਿੱਚ ਪਸਰੀਆਂ ਹੋਈਆਂ ਦੁਨਿਆਵੀ ਚੀਜ਼ਾਂ ਵੱਲੋਂ ਆਪਣੇ ਮਨ ਨੂੰ ਮਾਰ ਲੈ, ਤਾਂ ਕਿ ਤੈਨੂੰ ਅੰਤ ਵੇਲੇ ਪਛਤਾਉਣਾ ਨਾ ਪਏ। ਝੂਠਾ ਇਹ ਸੰਸਾਰ ਕਿਨ ਸਮਝਾਈਏ, ਕਹਿੰਦੇ ਕਿਹਨੂੰ ਸਮਝਾਈਏ ਕਿ ਇਹ ਸੰਸਾਰ ਝੂਠਾ ਹੈ। ਇਹ ਗੱਲ ਹਰ ਇੱਕ ਦੇ ਸਮਝ ਦੇ ਵਿੱਚ ਨਹੀਂ ਪੈਂਦੀ, ਕਿਸੇ ਵਿਰਲੇ ਨੂੰ ਹੀ ਸਮਝ ਆਉਂਦੀ ਹੈ। ਸੱਚ ਨਾ ਧਰੇ ਪਿਆਰ ਧੰਦਾ ਧਾਈਐ। ਜ਼ਿਆਦਾਤਰ ਜੋ ਜੀਵ ਹਨ, ਜੋ ਮਨੁੱਖ ਹਨ, ਉਹ ਉਸ ਪ੍ਰਮਾਤਮਾ ਨੂੰ, ਉਸ ਸੱਚੇ ਨੂੰ ਪਿਆਰ ਨਹੀਂ ਕਰਦੇ, ਉਹਦੇ ਪਿਆਰ ਦੇ ਵਿੱਚ ਨਹੀਂ ਪੈਂਦੇ, ਦੁਨਿਆਵੀ ਧੰਦਿਆਂ ਦੇ ਵਿੱਚ ਜ਼ਿਆਦਾ ਲੱਗੇ ਰਹਿੰਦੇ ਹਨ। ਕਾਲ ਬੁਰਾ ਖੈ ਕਾਲ ਸਿਰ ਦੁਨਿਆਈ ਹੈ। ਕਹਿੰਦੇ ਦੁਨਿਆਵੀ ਧੰਦਿਆਂ ਦੇ ਵਿੱਚ ਲੱਗੇ ਹੋਏ ਮਨੁੱਖ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ, ਇਸ ਗੱਲ ਦਾ ਖਿਆਲ ਨਹੀਂ ਆਉਂਦਾ ਕਿ ਜੋ ਭੈੜਾ ਕਾਲ ਹੈ, ਜੋ ਨਾਸ ਕਰਨ ਵਾਲਾ ਕਾਲ ਹੈ, ਉਹ ਦੁਨੀਆ ਦੇ ਸਿਰ ਦੇ ਉੱਤੇ ਹਰ ਵੇਲੇ ਖੜਾ ਹੈ। ਹੁਕਮੀ ਸਿਰ ਜੰਦਾਰ ਮਾਰੈ ਦਾਈਐ, ਆਪੇ ਦੇ ਪਿਆਰ ਮਨ ਵਸਾਈਐ। ਜੰਦਾਰ ਤੋਂ ਭਾਵ ਜਮ। ਕਹਿੰਦੇ ਪ੍ਰਮਾਤਮਾ ਦੇ ਹੁਕਮ ਦਾ ਬੱਝਾ ਹੋਇਆ ਜੋ ਜਮ ਹੈ, ਉਹ ਮਨੁੱਖ ਦੇ ਜੀਵਾਂ ਦੇ ਸਿਰ ਦੇ ਉੱਤੇ ਹਮੇਸ਼ਾ ਖੜਾ ਰਹਿੰਦਾ ਹੈ। ਹੁਕਮੀ ਸਿਰ ਜੰਦਾਰ ਮਾਰੈ ਦਾਈਐ, ਤੇ ਦਾ ਲੱਗਦਾ ਹੈ ਜਦੋਂ ਵੀ ਉਹਦਾ, ਉਹ ਮਨੁੱਖ ਨੂੰ ਮਾਰ ਲੈਂਦਾ ਹੈ, ਜੀਵ ਨੂੰ ਮਾਰ ਲੈਂਦਾ ਹੈ। ਹੁਣ ਪਿਛਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਕਿਹਾ ਕਿ ਸੱਚ ਨਾ ਧਰੇ ਪਿਆਰ ਧੰਦਾ ਲਾਈਐ, ਤੇ ਹੁਣ ਕਹਿੰਦੇ ਕਿ ਆਪੇ ਦੇ ਪਿਆਰ ਮਨ ਵਸਾਈਐ, ਕਿ ਜੀਵਾਂ ਦੇ ਤੇ ਵੱਸ ਦੀ ਗੱਲ ਹੀ ਨਹੀਂ, ਪਰਮਾਤਮਾ ਆਪ ਹੀ ਆਪਣਾ ਪਿਆਰ ਬਖਸ਼ਦਾ ਹੈ ਤੇ ਜੀਵ ਦੇ ਮਨ ਦੇ ਵਿੱਚ ਆਪਣੇ ਆਪ ਨੂੰ ਵਸਾਉਂਦਾ ਹੈ। ਮੋਹਤ ਨਾ ਚਸਾ ਬਿਲਮ ਭਰੀਆ ਪਾਈਐ, ਗੁਰ ਪ੍ਰਸਾਦੀ ਬੁੱਝ ਸੱਚ ਸਮਾਈਐ। ਭਰੀਐ ਪਾਈਐ ਤੋਂ ਭਾਵ ਕਿ ਜਦੋਂ ਪਾਈ ਭਰ ਜਾਂਦੀ ਹੈ, ਜਦੋਂ ਸਾਡੇ ਸਵਾਸ ਪੂਰੇ ਹੋ ਜਾਂਦੇ ਨੇ, ਸਾਡੇ ਜੋ ਜੀਵਨ ਦਾ ਭਾਂਡਾ ਹੈ ਉਹ ਭਰ ਜਾਂਦਾ ਹੈ, ਕਿ ਜਦੋਂ ਸਾਡੇ ਸਵਾਸ ਪੂਰੇ ਹੋ ਗਏ ਤਾਂ ਮੋਹਤ ਨਾ ਚੱਸਾ ਬਿਲਮ, ਮੋਹਤ ਤੋਂ ਭਾਵ ਮਹੂਰਤ, ਚੱਸਾ ਤੋਂ ਭਾਵ ਨਿਮਖ ਭਰ, ਤੇ ਬਿਲਮ ਤੋਂ ਭਾਵ ਬਿਲੰਬ ਕਰਨਾ, ਦੇਰ ਕਰਨੀ। ਕਹਿੰਦੇ ਕਿ ਜਦੋਂ ਮਨੁੱਖ ਦੇ ਸਵਾਸ ਪੂਰੇ ਹੋ ਗਏ ਤਾਂ ਇੱਕ ਪਲ ਭਰ ਦੀ ਦੇਰ ਵੀ ਨਹੀਂ ਕੀਤੀ ਜਾਂਦੀ, ਕੋਈ ਸ਼ੁਭ ਮਹੂਰਤ ਨਹੀਂ ਕੱਢੇ ਜਾਂਦੇ, ਉਹਦਾ ਕਿਰਿਆ ਕਰਮ ਜੋ ਹੈ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਉਹ ਕਿਸੇ ਵੀ ਧਰਮ ਦਾ ਇਨਸਾਨ ਹੋਵੇ, ਆਪੋ ਆਪਣੇ ਧਰਮ ਦੇ ਅਨੁਸਾਰ ਭਾਵੇਂ ਉਹਨੂੰ ਦਫਨਾਇਆ ਜਾਂਦਾ ਹੈ, ਭਾਵੇਂ ਉਹਨੂੰ ਜਲਾਇਆ ਜਾਂਦਾ ਹੈ, ਪਰ ਉਸ ਪ੍ਰਕਿਰਿਆ ਦੇ ਵਿੱਚ ਦੇਰੀ ਨਹੀਂ ਕੀਤੀ ਜਾਂਦੀ। ਉਹਦੇ ਲਈ ਕਿਸੇ ਸ਼ੁਭ ਮਹੂਰਤ ਨੂੰ ਨਹੀਂ ਡਿੱਕਿਆ ਜਾਂਦਾ। ਜਿਸ ਤਰ੍ਹਾਂ ਕਿ ਜਿਹੜੇ ਖੁਸ਼ੀਨੁਮਾ ਕਾਰਜ ਹੁੰਦੇ ਨੇ, ਕੋਈ ਘਰ ਦੇ ਵਿੱਚ ਪੂਜਾ ਪਾਠ ਕਰਾਉਣੀ ਹੈ, ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ, ਤਾਂ ਉੱਥੇ ਮਹੂਰਤ ਕੱਢੇ ਜਾਂਦੇ ਨੇ। ਇਹ ਪ੍ਰਕਿਰਿਆ ਪਹਿਲਾਂ ਤੇ ਬਹੁਤ ਜ਼ਿਆਦਾ ਪ੍ਰਚਲਿਤ ਸੀ, ਪਰ ਅੱਜ ਵੀ ਕੋਈ ਕਮੀ ਨਹੀਂ ਹੈ ਉਹਨਾਂ ਲੋਕਾਂ ਦੀ ਜਿਹੜੇ ਮਹੂਰਤ ਵੇਖ ਕੇ, ਸ਼ੁਭ ਮਹੂਰਤ ਕਢਵਾ ਕੇ ਹੀ ਆਪਣੇ ਕਾਰਜ ਕਰਦੇ ਨੇ। ਪਰ ਜਦੋਂ ਕਿਸੇ ਦੀ ਮ੍ਰਿਤਿੂ ਦੀ ਗੱਲ ਆਉਂਦੀ ਹੈ, ਮੌਤ ਦੀ ਗੱਲ ਆਉਂਦੀ ਹੈ, ਤਾਂ ਉੱਥੇ ਸ਼ੁਭ ਮਹੂਰਤ ਨਹੀਂ ਕੱਢੇ ਜਾਂਦੇ, ਜਾਂ ਉੱਥੇ ਕਿਸੇ ਪ੍ਰਕਾਰ ਦੇ, ਖੈਰ ਸ਼ੁਭ ਤੇ ਆਪਾਂ ਉਸ ਘੜੀ ਨੂੰ ਕਹਿ ਨਹੀਂ ਸਕਦੇ, ਤਾਂ ਉੱਥੇ ਕੋਈ ਮਹੂਰਤ ਨਹੀਂ ਕੱਢੇ ਜਾਂਦੇ, ਉੱਥੇ ਕਿਸੇ ਵੀ ਪ੍ਰਕਾਰ ਦੀ ਕੋਈ ਦੇਰੀ ਨਹੀਂ ਕੀਤੀ ਜਾਂਦੀ, ਉਹਨੂੰ ਜਲਾ ਦਿੱਤਾ ਜਾਂਦਾ ਹੈ ਜਾਂ ਦਫਨਾ ਦਿੱਤਾ ਜਾਂਦਾ ਹੈ। ਉਹੀ ਗੱਲ ਗੁਰੂ ਜੀ ਇਸ ਪੰਕਤੀ ਦੇ ਵਿੱਚ ਕਰ ਰਹੇ ਨੇ ਕਿ ਮੋਹਤ ਨਾ ਚਸਾ ਬਿਲਮ ਭਰੀਆ ਪਾਈਐ, ਗੁਰ ਪ੍ਰਸਾਦੀ ਬੁੱਝ ਸੱਚ ਸਮਾਈਐ। ਪਰ ਕਹਿੰਦੇ ਇਸ ਗੱਲ ਦੀ ਜਿਹੜੀ ਸਮਝ ਹੈ ਉਹ ਸੱਚੇ ਗੁਰੂ ਦੀ ਮਿਹਰ ਦੇ ਨਾਲ ਕੋਈ ਵਿਰਲਾ ਬੰਦਾ ਹੀ ਪਾ ਪਾਉਂਦਾ ਹੈ, ਤੇ ਜਦੋਂ ਉਹਨੂੰ ਇਸ ਗੱਲ ਦੀ ਸਮਝ ਆ ਗਈ ਤੇ ਉਹ ਸੱਚੇ ਦੇ ਵਿੱਚ ਸਮਾ ਜਾਂਦਾ ਹੈ। ਸ਼ਲੋਕ ਮਹਿਲਾ ਪਹਿਲਾ। ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ, ਮਨਮੁਖ ਵਸੈ ਤਿਸ ਜਿਸ ਤੂ ਚਿਤ ਨਾ ਆਵਈ, ਨਾਨਕ ਕਹੀਐ ਕਿਸ ਹੰਡਨ ਕਰਮਾ ਬਾਹਰੇ। ਇਹਨਾਂ ਪੰਕਤੀਆਂ ਦੇ ਜੋ ਅਰਥ ਨੇ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਜਿਸ ਤੂੰ ਚਿਤ ਨਾ ਆਵਈ, ਕਿ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਤੂੰ ਨਹੀਂ ਵਸਦਾ, ਮਨਮੁਖ ਵਸੈ ਤਿਸ,
ਉਸ ਮਨੁੱਖ ਦੇ ਮਨ ਦੇ ਵਿੱਚ ਤੇ ਮੁਖ ਦੇ ਵਿੱਚ ਇਹ ਚੀਜ਼ਾਂ ਵਸਦੀਆਂ ਨੇ। ਕਿਹੜੀਆਂ? ਤੁੰਮੀ, ਤੁੰਮਾ, ਵਿਸ, ਅੱਕ, ਧਤੂਰਾ, ਨਿੰਮ, ਫਲ। ਤੁੰਮੀ ਤੁੰਮਾ ਜਿਸ ਤਰ੍ਹਾਂ ਕਿ ਕੌੜ ਤੁੰਮਾ ਤੁਸੀਂ ਸੁਣਿਆ ਹੋਣਾ ਹੈ, ਇੱਕ ਬੜਾ ਹੀ ਕੜੱਤਣ ਭਰਿਆ ਫਲ ਹੈ। ਤੇ ਤੁੰਮੀ ਤੁੰਮਾ ਤੋਂ ਗੁਰੂ ਜੀ ਉਹ ਉਸ ਫਲ ਦੀ ਗੱਲ ਕਰ ਰਹੇ ਹਨ। ਵਿਸ ਤੋਂ ਭਾਵ ਜ਼ਹਿਰ, ਅੱਕ ਤੋਂ ਭਾਵ ਅੱਕ। ਧਤੂਰਾ ਵੀ ਇੱਕ ਪੌਦਾ ਹੈ, ਉਹ ਵੀ ਬਹੁਤ ਕੜੱਤਣ ਭਰਿਆ ਹੁੰਦਾ ਹੈ, ਤੇ ਨਿੰਮ ਵੀ ਕੜੱਤਣ ਭਰਿਆ ਹੁੰਦਾ ਹੈ। ਕਹਿੰਦੇ ਕਿ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਤੂੰ ਨਹੀਂ ਵਸਦਾ, ਉਹਦੇ ਮਨ ਦੇ ਵਿੱਚ ਇਹਨਾਂ ਫਲਾਂ ਦੇ ਕੜੱਤਣ ਵਾਂਗ ਕੜੱਤਣ ਭਰੇ ਸ਼ਬਦ ਹੀ, ਕੜੱਤਣ ਭਰੀ ਸੋਚ ਹੀ, ਕੜੱਤਣ ਭਰੇ ਬੋਲ ਹੀ ਉਹਨਾਂ ਦੇ ਮਨ ਅਤੇ ਮੁਖ ਦੇ ਵਿੱਚ ਵਸਦੇ ਹਨ। ਨਾਨਕ ਕਹੀਐ ਕਿਸ, ਕਹਿੰਦੇ ਕਿ ਉਹਨਾਂ ਦੀ ਇਹ ਵਿਥਿਆ ਕਿਸ ਦੇ ਅੱਗੇ ਆਖੀਏ। ਹੰਡਨ ਕਰਮਾਂ ਬਾਹਰੇ, ਹੰਡਨ ਤੋਂ ਭਾਵ ਭਟਕਦੇ ਫਿਰਨਾ, ਤੇ ਕਰਮਾਂ ਬਾਹਰੇ ਤੋਂ ਭਾਵ ਕਰਮਹੀਨ, ਕਿ ਉਹ ਕਰਮਹੀਨ ਮਨੁੱਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਭਟਕਦੇ ਫਿਰਦੇ ਹਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 147ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇੱਕ ਲੈਸਨ, ਇੱਕ ਸੰਦੇਸ਼ ਜੋ ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਸਿੱਖ ਸਕਦੇ ਹਾਂ, ਉਹ ਹੈ ਗਿਆਨ। ਇਸ ਗੱਲ ਨੂੰ ਸਮਝਣਾ ਕਿ ਜੋ ਗਿਆਨ ਹੈ ਉਹ ਸਭ ਤੋਂ ਵੱਡੀ ਬਖਸ਼ਿਸ਼ ਹੈ। ਜੇ ਸਾਨੂੰ ਗਿਆਨ ਹੋਏਗਾ ਤਾਂ ਅਸੀਂ ਮੁਸੀਬਤਾਂ ਦੇ ਨਾਲ ਨਜਿੱਠ ਵੀ ਲਵਾਂਗੇ ਤੇ ਆਪਣੀਆਂ ਤ੍ਰਿਸ਼ਨਾਵਾਂ ਨੂੰ ਵੀ ਪੂਰੀਆਂ ਕਰ ਲਵਾਂਗੇ। ਜਿੱਥੋਂ ਤੱਕ ਤ੍ਰਿਸ਼ਨਾਵਾਂ ਪੂਰੀਆਂ ਕਰਨ ਦੀ ਗੱਲ ਹੈ ਤਾਂ ਗਿਆਨ ਦੀ ਮਦਦ ਦੇ ਨਾਲ ਅਸੀਂ ਜਿਨ੍ਹਾਂ ਚੀਜ਼ਾਂ ਦੀ ਤ੍ਰਿਸ਼ਨਾ ਕਰਦੇ ਹਾਂ ਉਹ ਚੀਜ਼ਾਂ ਹਾਸਲ ਵੀ ਕਰ ਲਵਾਂਗੇ, ਤੇ ਬਹੁਤੀਆਂ ਚੀਜ਼ਾਂ ਦੀ ਤ੍ਰਿਸ਼ਨਾ ਨਾ ਹੋਵੇ ਇਹ ਵੀ ਸੰਭਵ ਕਰ ਲਵਾਂਗੇ। ਇਹ ਨਹੀਂ ਹੈ ਕਿ ਜੇ ਸਾਨੂੰ ਗਿਆਨ ਹੋ ਗਿਆ ਤਾਂ ਤ੍ਰਿਸ਼ਨਾਵਾਂ ਸਾਡੇ ਲਈ ਚੰਗੀਆਂ ਹੋ ਜਾਣਗੀਆਂ। ਜੇ ਸਾਨੂੰ ਗਿਆਨ ਹੋ ਗਿਆ ਤਾਂ ਤ੍ਰਿਸ਼ਨਾਵਾਂ ਸਾਡੇ ਅੰਦਰ ਪੈਦਾ ਹੀ ਨਹੀਂ ਹੋਣਗੀਆਂ, ਤੇ ਜਿਹੜੀਆਂ ਥੋੜੀਆਂ ਬਹੁਤੀਆਂ ਹੋਣਗੀਆਂ ਉਹਨਾਂ ਨੂੰ ਤ੍ਰਿਪਤ ਕਿਵੇਂ ਕਰਨਾ ਹੈ ਇਹਦਾ ਰਾਹ ਵੀ ਅਸੀਂ ਲੱਭ ਲਵਾਂਗੇ। ਸੋ ਇਸੇ ਸੰਦੇਸ਼ ਦੇ ਨਾਲ ਹੀ ਅਸੀਂ ਅੱਜ ਦੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਚੰਗੀ ਲੱਗੀ ਹੋਵੇ ਤਾਂ ਅੱਗੇ ਲੋਕਾਂ ਦੇ ਤੱਕ ਜ਼ਰੂਰ ਪਹੁੰਚਾਇਓ ਤਾਂ ਕਿ ਹੋਰ ਲੋਕ ਵੀ ਗੁਰੂ ਦੀ ਬਾਣੀ ਦੇ ਨਾਲ ਜੁੜ ਸਕਣ। ਵੀਡੀਓ ਨੂੰ ਦੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।